ਹਉ ਮੈਂ ਬੂਝੈ ਤਾਂ ਦਰ ਸੂਝੈ। ਜੇ ਹੁਕਮ ਨੂੰ ਬੁੱਝ ਲਵੇ ਤੁਹਾਨੂੰ ਦਰ ਦਾ ਪਤਾ ਲੱਗ ਜਾਂਦਾ ਹੈ, ਤੇ ਜਿਹਨੂੰ ਦਰ ਦਾ ਪਤਾ ਲੱਗ ਜਾਂਦਾ ਹੈ ਦਰਵਾਜ਼ੇ ਤੇ ਪਹੁੰਚ ਗਿਆ ਤੋ ਬਹੁਤ ਘਰ ਦੇ ਕੋਲ ਪਹੁੰਚ ਜਾਂਦਾ ਹੈ। ਘਰ ਦੇ ਲਾਗੇ ਜਹ ਘਰ ਤੂੰ ਰਹਿਣਾ ਬਸਣਾ, ਪਰ ਘਰ ਦੇ ਕੋਲ ਜਾ ਕੇ ਘਰ ਦੇ ਦਰਵਾਜ਼ੇ ਤੇ ਜਾ ਕੇ ਫਿਰ ਜਿਹੜੀ ਬੁੱਝੀ ਹੋਈ ਹਉਮੈ ਹੈ ਨਾ, ਸਮਝੀ ਹੋਈ ਹਉਮੈ, ਉਹ ਵੀ ਰੱਖ ਦੇਣੀ, ਉਹ ਵੀ ਭੇਟ ਚੜਾ ਦੇਣੀ। ਗੁਰੂ ਨੂੰ ਗੁਰੂ ਕੌਣ ਹੈ? ਸਤਿਗੁਰ ਮਿਲਿਐ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਜਿਹੜਾ ਸਦਾ ਹੀ ਮੁਕਤ ਹੈ। ਮੁਕਤ ਕੌਣ ਹੈ? ਜਿਹਨੇ ਸਾਰਾ ਹੀ ਮੋਹ ਛੱਡ ਦਿੱਤਾ, ਵਿੱਚੋਂ ਮੋਹ ਚੁਕਾਇਆ, ਮਿਟਾਇਆ, ਗਵਾਇਆ। ਤੇ ਉਹ ਜਿਹੜਾ ਦਵਾਰ ਹੈ ਨਾ, ਬੱਜਰ ਕਪਾਟ ਨਾ ਖੁੱਲ੍ਹਈ ਗੁਰ ਸ਼ਬਦ ਖੋਲੀ ਜੇ, ਉਹ ਗੁਰੂ ਦੇ ਉਪਦੇਸ਼ ਦੇ ਨਾਲ ਖੁੱਲ੍ਹਦਾ ਹੈ। ਆਖਰੀ ਉਪਦੇਸ਼ ਦੇ ਵਾਸਤੇ ਫਿਰ ਭੇਟ ਵੀ ਚੜਾਉਣੀ ਪੈਂਦੀ। ਤੇ ਭੇਟ ਜਿਨ੍ਹਾਂ ਨੇ ਚੜਾਈ ਹੈ ਉਹਨਾਂ ਵਾਸਤੇ ਉਹ ਦਵਾਰ ਖੁੱਲ੍ਹਾ ਵੀ ਹੈ। ਆਪ ਗਵਾਈਏ ਤਾਂ ਸਹੁ ਪਾਈ, ਅਵਰ ਕੈਸੀ ਚੁਤਰਾਈ। ਹਉ ਦੀ ਭੇਟ, ਮੈਂ ਦੀ ਭੇਟ, ਸਿਰ ਦੀ ਭੇਟ। ਸੀਸ ਵੱਡੇ ਕਰ ਆਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਪਰ ਪਹਿਲਾਂ ਹਉਮੈ ਵੱਧਦੀ ਕਿਵੇਂ ਹੈ? ਤੇ ਮੈਂ ਦਾ ਫੈਲਾਵ ਬਾਹਰ ਕਿਵੇਂ ਹੁੰਦਾ ਹੈ? ਜਦੋਂ ਆਪਾਂ ਮੈਂ ਦੇ ਫੈਲਾਵ ਜੋ ਹੋ ਰਹੇ ਹਨ ਬਾਹਰ, ਉਹਨਾਂ ਤੋਂ ਹਟ ਕੇ ਅੰਦਰ ਨੂੰ ਆਵਾਂਗੇ, ਆਪਣੇ ਕੋਲ ਨੂੰ ਆਵਾਂਗੇ, ਤਾਂ ਹੀ ਆਪਾਂ ਹਉ ਮੈਂ ਨੂੰ ਸਮਝਾਂਗੇ ਨਾ। ਹੁਣ ਤੁਸੀਂ ਬਾਹਰ ਸੰਸਾਰ ਨੂੰ ਸਮਝ ਰਹੇ ਹੋ, ਪਰਿਵਾਰ ਨੂੰ ਸਮਝ ਰਹੇ ਹੋ, ਭਵਿੱਖ ਨੂੰ ਸਮਝ ਰਹੇ ਹੋ ਵੀ ਕੀ ਕੀ ਹੋਣਾ ਹੈ, ਅਤੀਤ ਨੂੰ ਸੋਚ ਰਹੇ ਹੋ, ਤੇ ਤੁਸੀਂ ਬਾਹਰ ਉਲਝੇ ਹੋਏ ਹੋ, ਸੰਸਾਰ ਨੂੰ ਸਮਝ ਰਹੇ ਹੋ। ਹੁਣ ਸੰਸਾਰ ਨੂੰ ਸਮਝਣ ਤੋਂ ਹਟੋਗੇ ਤੇ ਫਿਰ ਹੀ ਆਪਣੇ ਅੰਦਰ ਦੀ ਸਮਝ ਆਵੇਗੀ ਨਾ ਤੁਹਾਨੂੰ। ਇਸੇ ਵਾਸਤੇ ਹੀ ਸਦੀਆਂ ਤੋਂ ਪਰਮ ਪੁਰਖ ਜਿਹੜੇ ਹਨ ਉਹ ਕਹਿ ਦਿੰਦੇ ਹਨ ਵੀ ਅੱਖਾਂ ਬੰਦ ਕਰਕੇ ਸਿਮਰਨ ਕਰੋ, ਇਕਾਂਤ 'ਚ ਬੈਠ ਕੇ ਜਾਂ ਕੰਨ ਬੰਦ ਕਰਕੇ ਕਰੋ, ਮੂੰਹ ਬੰਦ ਕਰਕੇ, ਸ਼ਾਂਤ ਬੈਠ ਕੇ, ਇਕਾਂਤ ਬੈਠ ਕੇ। ਉਹ ਕਿਉਂ ਕਹਿੰਦੇ ਹਨ? ਵੀ ਬਾਹਰੋਂ ਜਿਹੜਾ ਵਿਸਥਾਰ ਹੈ ਨਾ, ਪਹਿਲਾਂ ਉੱਧਰੋਂ ਹਟਣਾ ਹੈ, ਫਿਰ ਤੁਸੀਂ ਆਪਣੇ ਆਪ ਨੂੰ ਬੁੱਝੋਗੇ। ਪਹਿਲਾਂ ਆਪਣੇ ਆਪ ਨੂੰ ਉੱਤੇ ਬੁੱਝੋ। ਕਈ ਕਹਿੰਦੇ ਹਨ ਅਸੀਂ ਪਰਮਾਤਮਾ ਨੂੰ ਪਾਉਣਾ ਹੈ,
ਮੈਂ ਕਹਿੰਦਾ ਤੁਸੀਂ ਆਪਣੇ ਆਪ ਨੂੰ ਤੇ ਪਹਿਲਾਂ ਬੁੱਝ ਲਓ। ਪਰਮਾਤਮਾ ਨੂੰ ਕਿੰਨੇ ਪਾਉਣਾ ਹੈ? ਕੌਣ ਹੈ ਪਰਮਾਤਮਾ ਨੂੰ ਪਾਉਣ ਵਾਲਾ? ਕਿਹੜਾ ਕਹਿ ਰਿਹਾ ਹੈ ਪਰਮਾਤਮਾ ਨੂੰ ਪਾਉਣਾ? ਪਹਿਲਾਂ ਉਹਨੂੰ ਜਾਣੋ ਜਿਹਨੇ ਪਰਮਾਤਮਾ ਨੂੰ ਪਾਉਣਾ। ਤੇ ਉਹਨੂੰ ਜਾਣਨ ਵਾਸਤੇ ਉਹਦੇ ਕੋਲ ਜਾਣਾ ਪਵੇਗਾ ਨਾ। ਜਿਹੜਾ ਕਹਿ ਰਿਹਾ ਹੈ, ਕਹਿ ਤੇ ਅੰਦਰੋਂ ਹੀ ਰਿਹਾ ਹੈ ਨਾ, ਮੈਂ ਪਰਮਾਤਮਾ ਨੂੰ ਪਾਉਣਾ ਹੈ। ਕਿੱਥੋਂ ਕਹਿ ਰਹੇ ਤੁਸੀਂ? ਅੰਦਰੋਂ। ਤੂੰ ਉੱਥੇ ਜਾਓ, ਪਹਿਲਾਂ ਉਹਨੂੰ ਸਮਝੋ ਕੌਣ ਹੈ ਭਈ ਤੂੰ ਪਰਮਾਤਮਾ ਨੂੰ ਪਾਉਣ ਵਾਲਾ। ਅੰਦਰ ਨੂੰ ਜਾਵੇਗਾ ਜਿਹੜਾ, ਬਾਹਰ ਉਹ ਧਿਆਨ। ਤੇ ਜਿਹੜਾ ਬਾਹਰ ਫੈਲਾਵ ਹੋ ਰਿਹਾ ਹੈ ਹਉਮੈ ਦਾ, ਇਹਨੂੰ ਚੰਗੀ ਤਰ੍ਹਾਂ ਤੁਸੀਂ ਸਮਝ ਲਵੋ। ਅਗਰ ਤੁਸੀਂ ਵਾਸਤਵਿਕ ਢੰਗ ਦੇ ਨਾਲ ਸੁਣਿਆ ਨਾ, ਸਮਝਿਆ, ਤੇ ਤੁਹਾਨੂੰ ਬਹੁਤ ਲਾਭ ਹੋਵੇਗਾ। ਖਿਆਲ ਵਿੱਚ ਰੱਖਿਓ, ਅਗਰ ਕੋਈ ਜਾਣਕਾਰ ਨਾ ਮਿਲੇ ਨਾ, ਤੇ ਹੋ ਸਕਦਾ ਰਸਤੇ ਤੇ ਆਦਮੀ ਬਹੁਤ ਸਮੇਂ ਭਟਕਦਾ ਰਹੇ, ਕਿਉਂਕਿ ਕੋਈ ਜਾਣਕਾਰ ਨਹੀਂ ਹੈ ਰਸਤਾ ਦੱਸਣ ਵਾਲਾ, ਤੇ ਭਟਕਾਵ ਹੁੰਦਾ ਹੈ, ਬਹੁਤੇ ਭਟਕ ਰਹੇ ਹਨ। ਤੇ ਅਗਰ ਕੋਈ ਜਾਣਕਾਰ ਮਿਲ ਜਾਵੇ, ਤੇ ਉਹ ਹੋ ਸਕਦਾ ਹੈ ਤੁਹਾਨੂੰ ਬਹੁਤ ਹੀ ਸੁਖਾਲੇ ਤੇ ਸਹਿਜ ਰਸਤੇ ਥਾਣੀ ਲੈ ਕੇ ਜਾਵੇ, ਕਿਉਂਕਿ ਉਹਨੂੰ ਪਤਾ ਹੈ। ਜਿਵੇਂ ਕੋਈ ਪਹਾੜ ਦੀ ਚੋਟੀ ਤੇ ਪਹੁੰਚ ਜਾਵੇ ਤੇ ਚਾਰੋਂ ਤਰਫ ਰਸਤੇ ਆ ਰਹੇ ਹਨ, ਤੋ ਦੇਖ ਲੈਂਦਾ ਹੈ ਵੀ ਕਿਹੜਾ ਠੀਕ ਹੈ, ਕਿਹੜਾ ਗਲਤ ਹੈ, ਕਿਹੜਾ ਸਿੱਧਾ ਹੈ, ਕਿਹੜਾ ਸੁਖਾਲਾ ਹੈ, ਤੇ ਬਹੁਤ ਹੀ ਸੁਖਾਲੇ ਢੰਗ ਨਾਲ ਲਿਜਾ ਸਕਦਾ ਹੈ। ਤੇ ਸੁਖਾਲਾ ਢੰਗ ਹੈ, ਅਗਰ ਤੁਸੀਂ ਸਮਝ ਲਵੋਗੇ ਹਉਮੈ ਨੂੰ, ਤੇ ਹਉਮੈ ਨੂੰ ਛੱਡਣਾ ਬਹੁਤ ਸੁਖਾਲਾ ਹੋ ਜਾਵੇਗਾ। ਬਾਹਰ ਦੀ ਨੂੰ ਤੇ ਤੁਸੀਂ ਆਪਣੇ ਆਪ ਹੀ ਅੰਦਰ ਵੱਲ ਨੂੰ ਆਓ। ਤੇ ਜਿਹੜੀ ਅੰਦਰਲੀ ਹਉ ਹੈ ਨਾ, ਇਹ ਇਉਂ ਸਮਝ ਲਵੋ ਤੁਸੀਂ, ਜਿਵੇਂ ਪੰਜਾਂ ਪਿਆਰਿਆਂ ਨੇ ਸਿਰ ਭੇਟ ਦਿੱਤਾ, ਜਾਂ ਹੋਰ ਵੀ ਜਿਹੜੇ ਗੁਰੂ ਕੋਲ ਗਏ ਉਹਨਾਂ ਨੇ ਸਮਰਪਣ ਕੀਤਾ, ਜਿਵੇਂ ਬਾਬਾ ਲਹਿਣਾ ਜੀ ਸਨ। ਤੇ ਉਹਨਾਂ ਨੇ ਪਹਿਲਾਂ ਜਿਹੜੀ ਬਾਹਰ ਹਉਮੈ ਸੀ, ਉਹਨਾਂ ਨੂੰ ਬਾਹਰ ਪਕੜ ਨਹੀਂ ਸੀ ਕੋਈ ਵੀ। ਧਾਰਮਿਕ ਸਥਾਨਾਂ ਤੇ ਇਸੇ ਕਰਕੇ ਜਾਂਦੇ ਸਨ ਵਾਰ-ਵਾਰ। ਅੰਦਰੋਂ ਤੇ ਪਿਆਸ ਸੀ ਉਹਨਾਂ ਨੂੰ, ਤੜਫ ਸੀ, ਪਰ ਰਸਾ ਦੱਸਣ ਵਾਲਾ ਕੋਈ ਨਹੀਂ ਸੀ ਮਿਲਦਾ। ਤੇ ਜਿਵੇਂ ਲੋਕ ਜਾਂਦੇ ਸਨ ਮੰਦਰਾਂ ਦੇ ਵਿੱਚ, ਵੈਸੇ ਜਾ ਰਹੇ ਸਨ। ਤੇ ਬਾਹਰੋਂ ਤੇ ਪਕੜ ਘੱਟ ਹੀ ਸੀ ਨਾ ਉਹਨਾਂ ਦੀ, ਤੇ ਹਰ ਸਾਲ ਹੀ ਜਾਂਦੇ ਸਨ। ਤੇ ਬਾਹਰੋਂ ਮੈਂ ਦਾ ਜਿਹੜਾ ਵਿਸਥਾਰ ਸੀ ਨਾ, ਉਹ ਘਟਿਆ ਹੋਇਆ ਸੀ, ਸਿਰਫ ਆਪਣੇ ਤੱਕ ਹੀ ਸੀ ਸੀਮਤ। ਜਿਹਦੀ ਆਪਣੇ ਤੱਕ ਹੈ ਹਉ ਹੋਵੇ ਨਾ, ਉਹ ਹਉ ਨੂੰ ਫਿਰ ਗੁਰੂ ਨੂੰ ਭੇਟ ਕੀਤੀ ਜਾ ਸਕਦੀ। ਜਿਹੜਾ ਅੰਦਰ ਹੋਵੇ, ਜਿਹੜਾ ਬਾਹਰੋਂ ਸੰਸਾਰ ਤੋਂ ਹਟਿਆ ਹੋਵੇ, ਤੇ ਅੰਦਰ ਉਹੀ ਹੁੰਦਾ ਜਿਹਦੇ ਅੰਦਰ ਪਿਆਸ ਹੋਵੇ, ਤੜਫ ਹੋਵੇ। ਤੇ ਉਹ ਫਿਰ ਸਮਰਪਿਤ ਕਰ ਦਿੰਦਾ ਹੈ ਮਨ ਨੂੰ। ਮਨ ਹੁਣ ਤੁਹਾਡਾ ਫੈਲਿਆ ਹੋਇਆ ਸੰਸਾਰ 'ਚ, ਹੁਣ ਤੁਸੀਂ ਸਮਰਪਣ ਨਹੀਂ ਕਰ ਸਕਦੇ ਹੋ, ਕਿਉਂਕਿ ਮਨ ਨੂੰ ਇਕੱਠਾ ਕਰੋਗੇ, ਇਕਜੁੱਟ ਕਰੋਗੇ, ਤਾਂ ਹੀ ਅਗਲੇ ਦੇ ਕਦਮਾਂ 'ਚ ਰੱਖੋਗੇ ਨਾ। ਤੇ ਫੈਲੇ ਹੋਏ ਨੂੰ ਪਹਿਲਾਂ ਇਕੱਠਾ ਕਰਨਾ ਹੈ, ਇਹੋ ਹੀ ਤਰੀਕਾ ਦੱਸਿਆ ਜਾ ਰਿਹਾ। ਚਾਰ ਚੁਫੇਰੇ ਧਿਆਨ ਫੈਲਿਆ ਹੋਇਆ ਕਹਿ ਲਈਏ, ਮਨ ਫੈਲਿਆ ਹੋਇਆ ਕਹਿ ਲਈਏ, ਹਉ ਫੈਲੀ ਹੋਈ ਕਹਿ ਲਈਏ, ਮੈਂ ਫੈਲੀ। ਤੇ ਫੈਲਦੀ ਕਿਵੇਂ ਹੈ?
ਤੇ ਫੈਲਣ ਦੇ ਢੰਗ ਬਹੁਤ ਹੋ ਸਕਦੇ ਹਨ, ਪਰ ਜਿਹੜੀ ਹਉ ਸੀਮਤ ਇੰਦਰੀਆਂ ਦੁਆਰਾ ਫੈਲੀ ਹੋਈ ਹੈ ਨਾ, ਉਹ ਛੇਤੀ ਛੁੱਟ ਜਾਂਦੀ ਹੈ। ਤੇ ਜਿਹੜੀ ਹਉ ਮਨ ਦੁਆਰਾ ਹੀ ਫੈਲੀ ਹੋਈ ਹੋਵੇ, ਉਹ ਛੱਡਣੀ ਔਖੀ ਹੈ। ਤੁਸੀਂ ਇਉਂ ਸਮਝ ਲਵੋ ਵੀ ਜਿਹੜਾ ਇੰਦਰਾ ਤੁਹਾਡਾ ਬਾਹਰ ਦੇਖਦਾ ਹੈ ਸੰਸਾਰ ਨੂੰ, ਅੱਖਾਂ ਦੇਖਦੀਆਂ ਹਨ, ਦੇਖਣ ਕਰਕੇ ਮਜ਼ਾ ਆਉਂਦਾ ਹੈ। ਸੁੰਦਰ ਚੀਜ਼ ਦੇਖਣ ਨੂੰ ਚੰਗਾ ਲੱਗਦਾ ਹੈ, ਮਜ਼ਾ ਆਉਂਦਾ ਹੈ। ਤੁਸੀਂ ਸੁੰਦਰ ਸੁੰਦਰ ਦੇਖਣਾ ਚਾਹੁੰਦੇ ਹੋ, ਅਸੁੰਦਰ ਨਹੀਂ ਦੇਖਣਾ ਚਾਹੁੰਦੇ, ਸੁੰਦਰ, ਤੇ ਤੁਹਾਨੂੰ ਚੰਗਾ ਲੱਗਦਾ, ਮਜ਼ਾ ਆਉਂਦਾ। ਮਜ਼ਾ ਕਿਹਨੂੰ ਆਉਂਦਾ ਹੈ? ਮਨ ਨੂੰ। ਬਹੁਤ ਸਵਾਦਿਸ਼ਟ ਖਾਂਦੇ ਹੋ ਭੋਜਨ, ਤੁਸੀਂ ਚੱਖਦੇ ਹੋ, ਤੁਹਾਨੂੰ ਮਜ਼ਾ ਆਉਂਦਾ। ਮਜ਼ਾ ਕਿਹਨੂੰ ਆਉਂਦਾ ਹੈ? ਮਨ ਨੂੰ। ਉਹ ਸਵਾਦ ਦੇ ਸੰਕੇਤ ਦਿਮਾਗ ਤੱਕ ਪਹੁੰਚਦੇ ਹਨ ਤੇ ਦਿਮਾਗ ਕਹਿੰਦਾ ਬੜਾ ਮਜ਼ਾ ਆਇਆ। ਪਹਿਲਾਂ ਵੀ ਐਸਾ ਭੋਜਨ ਖਾਧਾ ਸੀ, ਇੰਨਾ ਮਜ਼ਾ ਨਹੀਂ ਸੀ ਆਇਆ, ਹੁਣ ਜ਼ਿਆਦਾ ਮਜ਼ਾ ਆਇਆ। ਉਹ ਦਿਮਾਗ ਨੇ ਕਿਹਾ। ਫਿਰ ਨਾਸਿਕਾ ਹੈ, ਜਨਨੇਂਦਰੀ ਹੈ, ਇਹਨਾਂ ਦੇ ਜਿਹੜੇ ਸਾਰੇ ਹੀ ਸਵਾਦ ਹਨ ਉਹ ਦਿਮਾਗ ਨੂੰ ਮਿਲਦੇ ਹਨ, ਸਰੀਰਕ ਸਵਾਦ ਹਨ। ਸਰੀਰ ਦੁਆਰਾ ਦਿਮਾਗ ਨੂੰ ਮਿਲਦੇ ਹਨ ਤੇ ਦਿਮਾਗ ਚੰਗਾ ਫੀਲਿੰਗ ਕਰਦਾ ਹੈ, ਮਜ਼ਾ ਆਉਂਦਾ ਹੈ। ਸਰੀਰਕ ਤਲ ਤੇ ਮਜ਼ਾ ਆਉਂਦਾ ਹੈ, ਤੁਸੀਂ ਖੁਸ਼ ਰਹਿੰਦੇ ਹੋ ਜੇ ਸਰੀਰਕ ਸਵਾਦ ਤੁਹਾਨੂੰ ਮਿਲਦੇ ਰਹਿਣ। ਪਰ ਸਮੱਸਿਆ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਸਰੀਰਕ ਸਵਾਦਾਂ ਤੱਕ ਆਦਮੀ ਸੀਮਤ ਨਹੀਂ ਰਹਿ ਜਾਂਦਾ ਹੈ ਤੇ ਮਾਨਸਿਕ ਸਵਾਦਾਂ ਦੇ ਵਿੱਚ ਪੈ ਜਾਂਦਾ ਹੈ, ਉਦੋਂ ਵਿਸਥਾਰ ਜ਼ਿਆਦਾ ਹੁੰਦਾ ਹੈ। ਹੁਣ ਹੈ ਤੇ ਸਰੀਰਕ ਸਵਾਦ ਵੀ ਬੰਧਨ, ਇਹੋ ਹੀ ਨਹੀਂ ਛੁੱਟਦੇ ਹਨ। ਕਈਆਂ ਨੂੰ ਸਵਾਦਿਸ਼ਟ ਭੋਜਨ ਖਾਣ ਦਾ ਬੜਾ ਚਸਕਾ ਹੁੰਦਾ ਹੈ, ਉਹ ਸੋਚਦੇ ਰਹਿੰਦੇ ਹਨ ਕੀ ਖਾਣਾ ਹੈ। ਕਈਆਂ ਨੂੰ ਭੋਗਣ ਦਾ, ਕਈਆਂ ਨੂੰ ਦੇਖਣ ਦਾ। ਜਿਹੜਾ ਵੀ ਚਸਕਾ ਲੱਗਾ ਹੋਇਆ ਹੈ ਕਿਸੇ ਇੰਦਰੀ ਨੂੰ, ਲੱਤ ਲੱਗੀ ਹੋਈ ਕਹਿ ਦਿੰਦੇ ਹਨ, ਹਟਦੀ ਨਹੀਂ। ਪਰ ਜਿਹੜਾ ਇਸ ਤੋਂ ਵੀ ਉੱਪਰ ਚਸਕਾ ਹੈ ਨਾ, ਉਹਨੂੰ ਹਟਾਉਣਾ ਔਖਾ ਹੈ। ਹੁਣ ਤੁਸੀਂ ਇਉਂ ਸਮਝ ਲਵੋ, ਜੇ ਸਹੀ ਢੰਗ ਦੇ ਨਾਲ ਸਮਝਣਾ ਚਾਹੋ, ਵੀ ਕੋਈ ਅਮੀਰ ਆਦਮੀ ਹੋਵੇ ਜਿਹਦੇ ਕੋਲ ਖਾਣ ਨੂੰ ਸੁਵਿਧਾ ਹੈ, ਰਹਿਣ ਨੂੰ ਬਹੁਤ ਸੁੱਖ ਸੁਵਿਧਾ ਹੈ, ਹਰ ਚੀਜ਼ ਦੀ ਸੁੱਖ ਸੁਵਿਧਾ ਹੈ, ਤੇ ਉਹ ਅਮੀਰ ਬਚਪਨ ਤੋਂ ਹੀ ਹੈ। ਉਹਦੇ ਪਿਤਾ ਵੀ ਅਮੀਰ ਹੀ ਸਨ ਤੇ ਉਸੇ ਮਾਹੌਲ 'ਚ ਉਹ ਪਾਇਆ ਹੋਇਆ, ਤੇ ਉਹਨੂੰ ਮਜ਼ਾ ਨਹੀਂ ਆਵੇਗਾ ਅਮੀਰੀ ਦਾ। ਫਿਰ ਉਹ ਰਾਜਨੀਤੀ ਦੇ ਵਿੱਚ ਪੈ ਗਿਆ, MLA ਬਣ ਗਿਆ, ਤੇ ਜਦੋਂ ਉਹ ਜਿੱਤੇਗਾ ਤੇ ਬੜਾ ਹੀ ਮਜ਼ਾ ਆਵੇਗਾ। ਉਹਦੇ ਸਰੀਰ ਦੇ ਵਿੱਚ ਇੱਕ ਐਨਰਜੀ ਆ ਜਾਊਗੀ, ਊਰਜਾ ਆ ਜਾਊਗੀ। ਜਿਹੜਾ ਪਹਿਲਾਂ ਮਰਿਆ ਜਿੰਦਾ ਸੀ ਨਾ, ਉਹ ਹੁਣ ਬੜਾ ਖੁਸ਼ ਜੀਊਗਾ। ਕਿਉਂ? ਹੁਣ ਹੋ ਸਕਦਾ ਵੀ ਖਾਣਾ ਵੀ ਉਹੀ ਖਾ ਰਿਹਾ ਹੋਵੇ, ਰਹਿੰਦਾ ਵੀ ਉੱਥੇ ਹੋਵੇ, ਸਭ ਕੁਝ ਬਾਹਰ ਉਹ ਵੈਸਾ ਹੀ ਹੋਵੇ ਸਰੀਰਕ ਤਲ ਤੇ, ਪਰ ਮਜ਼ਾ ਕਿਉਂ ਆ ਰਿਹਾ ਹੈ? ਇਹ ਹੈ ਮਾਨਸਿਕ ਰਸ। ਇਹ ਰਸ ਸਾਰਿਆਂ ਨੂੰ ਖਤਰਨਾਕ ਹੈ। ਕੱਲ ਹੀ ਮੈਂ ਕਿਹਾ ਹੈ ਸੀ ਨਾ ਤੁਹਾਨੂੰ, ਵੀ ਜਿਹਨੂੰ ਰਸ ਆਉਣ ਲੱਗ ਜਾਵੇ ਹੌਂ ਦੇ ਵਿੱਚ, ਉਹ ਛੱਡ ਨਹੀਂ ਸਕਦਾ ਹੁਣ। ਤੇ ਜਿਹਨੂੰ ਬਾਹਰੋਂ ਰਸ ਆਉਣ ਲੱਗ ਜਾਵੇ, ਰਸ ਕੀ ਆ ਰਿਹਾ ਹੈ?
ਵੀ ਕਿੰਨੇ ਲੋਕ ਮੇਰੇ ਨਾਲ ਹਨ, ਕਿੰਨੇ ਮੈਨੂੰ ਮੰਨਦੇ। ਫਿਰ ਰੋਜ਼ ਆਉਣਗੇ ਉਹਦੇ ਕੋਲ ਲੋਕ ਤੇ ਨਮਸਕਾਰ ਕਰਨਗੇ, ਆਓ ਭਗਤ ਹੋਊਗੀ ਉਹਦੀ, ਇੱਧਰ ਉੱਧਰ ਜਾਊਗਾ ਤਾਂ ਉਹਨੂੰ ਬੜਾ ਵਧੀਆ ਲੱਗੂਗਾ ਜੀਵਨ 'ਚ ਵੀ ਕੁਛ ਕਰ ਰਿਹਾ ਮੈਂ, ਕੁਛ ਮਿਲ ਰਿਹਾ। ਮਿਲ ਕੀ ਰਿਹਾ? ਹਾਂ, ਉਹਨੂੰ ਸਵਾਦ ਆ ਰਿਹਾ ਹੈ, ਉਹਨੂੰ ਨਸ਼ਾ ਹੋ ਰਿਹਾ ਹੈ। ਇਹੋ ਕਹਿੰਦੇ ਰਾਜਨੀਤੀ ਦਾ ਨਸ਼ਾ। ਫਿਰ ਉਹ ਨਸ਼ਾ ਜਿਹੜਾ ਹੈ ਨਾ ਉੱਥੋਂ ਤੱਕ ਸੀਮਿਤ ਨਹੀਂ ਰਹਿੰਦਾ ਹੈ। ਆਦਮੀ ਕਹਿੰਦਾ ਹੋਰ ਪੀਵਾਂ ਥੋੜ੍ਹਾ ਜਿਹਾ, ਜੇ ਇੰਨਾ ਮਜ਼ਾ ਆ ਰਿਹਾ ਹੈ ਤੇ ਉੱਪਰ ਜਾ ਕੇ ਹੋਰ ਨਾ ਆਵੇਗਾ। ਹਾਲੇ ਤੇ ਥੋੜ੍ਹੇ ਪਿੰਡਾਂ ਦੇ ਹੀ ਲੋਕ ਮੈਨੂੰ ਮੰਨਦੇ ਹਨ, ਮੇਰੀ ਜੈ ਜੈਕਾਰ ਕਰਦੇ ਹਨ, ਮੇਰਾ ਆਦਰ ਸਨਮਾਨ ਕਰਦੇ ਹਨ। ਜੇ ਜ਼ਿਆਦਾ ਲੋਕ ਕਰਨਗੇ ਤੇ ਹੋਰ ਮਜ਼ਾ ਹੀ ਆਊਗਾ ਹੀ। ਫਿਰ ਉਹ ਹੋਰ ਅੱਗੇ ਜਾਂਦਾ ਹੈ, MP ਬਣ ਜਾਂਦਾ ਹੈ ਤੇ ਉਹਨੂੰ ਹੋਰ ਮਜ਼ਾ ਆਉਂਦਾ ਹੈ। ਫਿਰ ਖਿਆਲ ਕਰੋ, ਖਾ ਹੋ ਰਿਹਾ ਹੈ, ਰਹਿ ਉੱਥੇ ਰਿਹਾ ਹੈ, ਸਭ ਕੁਛ ਵੈਸਾ ਹੀ, ਪਰ ਉਹਨੂੰ ਹੋਰ ਮਜ਼ਾ ਆਉਣਾ ਸ਼ੁਰੂ ਹੋ ਗਿਆ, ਰਸ ਆਉਣਾ ਸ਼ੁਰੂ ਹੋ ਗਿਆ। ਦੇਖੋ ਤੁਸੀਂ, ਇਹ ਰਸ ਕਿਹਨੂੰ ਆ ਰਿਹਾ ਹੈ? ਮਨ ਨੂੰ। ਲੀਡਰ ਇਸੇ ਕਰਕੇ ਭੱਜੇ ਫਿਰਦੇ ਹਨ। ਜਿੰਨਾ ਚਿਰ ਜਿੱਤਦੇ ਰਹਿੰਦੇ ਹਨ ਨਾ ਤਾਂ ਉਹਨਾਂ ਦੇ ਚਿਹਰੇ ਤੇ ਦੇਖੋ ਕਿੰਨੀ ਰੌਣਕ ਹੁੰਦੀ। ਜਦੋਂ ਹਾਰ ਜਾਂਦੇ ਹਨ ਫਿਰ ਤੇ ਉਹਨਾਂ ਦਾ ਚਿਹਰਾ ਬਿਲਕੁਲ ਉਦਾਸ, ਪਰੇਸ਼ਾਨ, ਜਿਵੇਂ ਕੁਛ ਖੋ ਗਿਆ ਹੁੰਦਾ। ਨੀਂਦ ਨਹੀਂ ਆਉਂਦੀ। ਜਦੋਂ ਹੰਕਾਰ ਟੁੱਟਦਾ ਹੈ ਨਾ, ਜਿੰਨਾ ਫਿਰ ਸਿਖਰ ਤੇ ਗਿਆ ਹੰਕਾਰ ਹੈ ਓਨਾ ਟੁੱਟੇਗਾ ਤਾਂ ਉਹਨੂੰ ਦੁੱਖ ਵੀ ਓਨਾ ਹੋਵੇਗਾ। ਜਿਵੇਂ ਬਹੁਤ ਉੱਚੀ ਜਗ੍ਹਾ ਤੋਂ ਕੋਈ ਡਿੱਗਾ ਹੋਵੇ ਤਾਂ ਸੱਟ ਜ਼ਿਆਦਾ ਹੀ ਲੱਗੇਗੀ ਨਾ। ਹੁਣ ਜਿਹੜਾ ਇੱਥੇ ਖੜਾ ਖੜਾ ਡਿੱਗ ਪਿਆ ਉਹਨੂੰ ਕੀ ਸੱਟ ਲੱਗਣੀ? ਕੋਠੇ ਤੋਂ ਡਿੱਗੇਗਾ, ਚੁਬਾਰੇ ਤੋਂ ਹੋਰ ਉੱਪਰੋਂ ਡਿੱਗੇਗਾ, ਉਨੀ ਹੀ ਸੱਟ ਵੀ ਜ਼ਿਆਦਾ ਲੱਗਦੀ ਹੈ, ਦੁੱਖ ਵੀ ਜ਼ਿਆਦਾ ਹੀ ਹੁੰਦਾ ਹੈ।